ਨੇ ਇਹ ਸਿਰਫ ਗੱਲਾਂ ਕੀਤੀਆਂ ਜਾਂ ਕੁਝ ਹਕੀਕਤ ਦੇ ਵਿੱਚ ਤੁਹਾਡੇ ਲਈ ਕੁਝ ਕੀਤਾ? ਅਸੀਂ ਜਦੋਂ ਕੀਵ ਤੋਂ ਨਿਕਲ ਗਏ ਸੀਗੇ, ਸਾਨੂੰ ਨਹੀਂ ਪਤਾ ਸੀ ਪਿੱਛੇ ਅਟੈਕ ਹੋ ਗਿਆ। ਅਸੀਂ ਅਲਮਾਟੀ ਪਹੁੰਚੇ ਜਿਹੜਾ ਕਜ਼ਾਕਿਸਤਾਨ ਦੇ ਵਿੱਚ ਹੈ। ਅਸੀਂ ਆਪਣੇ ਫੋਨਸ ਦੇਖੇ, ਅਸੀਂ ਥੋੜੀ ਦੇਰ ਲਈ ਤਾਂ ਇੱਦਾਂ ਹੋ ਗਏ, ਦਨ ਰਹਿ ਗਏ ਕਿ ਵੀ ਚੱਲ ਕਿਆ ਰਿਹਾ ਆ। ਬੱਚਿਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ, ਬੱਚੇ ਕਿਸ ਤਰ੍ਹਾਂ ਰਹਿ ਰਹੇ ਆ, ਬੱਚੇ ਪਲਾਨ ਕਿਸ ਤਰ੍ਹਾਂ ਕਰ ਰਹੇ ਆ? ਤੁਸੀਂ ਦੇਖਿਆ ਹੋਵੇ, ਬੱਚਿਆਂ ਦੇ ਨੇੜੇ ਤੁਸੀਂ ਰਹੇ ਹੋ। ਬਹੁਤ ਬੁਰਾ ਹਾਲ ਹੈ ਉੱਥੇ ਇਸ ਵੇਲੇ। ਅਗਰ ਅਸੀਂ ਖਾਰਕਿਵ ਔਰ ਕੀਵ ਦੀ ਗੱਲ ਕਰੀਏ, ਉੱਥੇ ਨਿਆਣੇ ਬਹੁਤ ਬੁਰੀ ਤਰ੍ਹਾਂ ਫਸੇ ਆ। ਕੱਲ ਨਿਊਜ਼ ਸੁਣੀ, ਸਾਨੂੰ ਉਹਦਾ ਸ਼ੌਕ ਹੋਇਆ ਕਿ ਸਾਡੇ ਨਾਲ ਦਾ ਇੱਕ ਬੱਚਾ ਉੱਥੇ ਉਹਦੀ ਡੈਥ ਹੋ ਗਈ। ਮੈਂ ਤਾਂ ਲੱਕੀ ਸੀਗੀ ਕਿ ਮੇਰੀ ਜਿਹੜੀ ਕਮਰਸ਼ੀਅਲ ਫਲਾਈਟ ਸੀ ਉਹ ਉੜ ਗਈ, ਸਿੱਧੀ ਗੱਲ ਹੈ। ਜਿਹੜੇ ਬਾਕੀ ਵਿਚਾਰੇ ਸੀਗੇ ਉਹਨਾਂ ਦੀਆਂ ਉਹ ਨਹੀਂ ਹੋਈਆਂ। ਇਹ ਤੁਹਾਡੀ ਟਿਕਟ ਜਿਹੜੀ ਹੈ ਭਾਰਤ ਸਰਕਾਰ ਨੇ ਲਾਈ ਜਾਂ ਤੁਸੀਂ ਆਪਣੇ ਪੱਲਿਓਂ ਪੈਸੇ ਜਿਹੜੇ ਖਰਚ ਕੀਤੇ? ਸਰ ਮੇਰੀ ਟਿਕਟ ਮੈਂ ਆਪ ਲਈ। ਉਦੋਂ ਵੀ ਜਿਹੜੇ ਬੱਚਿਆਂ ਨੂੰ ਕਿਹਾ ਸੀਗਾ ਕਿ ਏਅਰ ਇੰਡੀਆ ਨੇ ਫਲਾਈਟਸ ਲਗਾਈਆਂ ਸੀ, ਉਹ ਵੀ ਬੱਚੇ ਆਪ ਟਿਕਟ ਖਰੀਦ ਰਹੇ ਸੀਗੇ ਔਰ ਉਹਨਾਂ ਦੀ 60,000 ਦੀ ਟਿਕਟ ਸੀ, ਉਹ ਖਰੀਦ ਕੇ ਆਪ ਆ ਰਹੇ ਸੀ। ਕੀ ਜੰਗ ਦੇ ਵਿੱਚ ਜਿਹੜਾ ਟਿਕਟ ਦਾ ਰੇਟ ਵਧਿਆ ਜਾਂ ਉਸ ਬਰਾਬਰ ਹੀ ਰਿਹਾ ਹੈ? ਮੇਰੀ ਨੋਰਮਲ ਟਿਕਟ 40,000 ਰਹੀ। 40 ਮੈਂ ਐਗਜ਼ੈਜਰੇਟ ਕਰਕੇ ਕਹਿ ਰਹੀ ਹਾਂ, ਉੱਦਾਂ 35-36 ਦੇ ਵਿੱਚ ਅਪ ਡਾਊਨ ਦੋਨੋਂ ਹੋ ਜਾਂਦੀ, ਔਰ ਇੱਥੇ 60,000 ਦੀ ਵਨ ਵੇ ਸੀਗੀ। ਵੀਡੀਓ ਵੀ ਵਾਇਰਲ ਹੋ ਰਹੀਆਂ ਕਿ ਜਦੋਂ ਇੰਡੀਅਨ ਐਮਬੈਸੀ ਨੂੰ ਫੋਨ ਕਰਦੇ ਬੱਚੇ ਤਾਂ ਉਹ ਜਿਹੜੇ ਫੋਨ ਪਿਕ ਨਹੀਂ ਕਰ ਰਹੇ ਹੈਗੇ, ਤੇ ਜਦੋਂ ਆਪਾਂ ਜੰਗ 'ਚ ਫਸੇ ਹੁੰਦੇ ਆ, ਹਾਲਾਤ ਮਾੜੇ ਹੁੰਦੇ ਆ, ਤੇ ਫਿਰ ਫੋਨ ਨਾ ਪਿਕ ਕੀਤਾ ਜਾਵੇ ਤਾਂ ਫਿਰ ਕੀ ਹੁੰਦਾ? ਹੁਣ ਜੇ ਐਡਵਾਈਜ਼ਰੀ ਫੋਨ ਮਤਲਬ ਅੰਬੈਸੀ ਨਾ ਫੋਨ ਚੱਕੇ ਤਾਂ ਉਹ ਜ਼ਿਆਦਾ ਦਿੱਕਤ ਦਾ ਕੰਮ ਹੈ, ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਹੈ ਉੱਥੇ। ਉੱਥੇ ਅਸੀਂ ਕਿਹਦੇ ਕੋਲ ਜਾਵਾਂਗੇ ਹੁਣ? ਠੰਡ ਦੇ ਵਿੱਚ -5 ਡਿਗਰੀ, -10 ਡਿਗਰੀ। ਤੁਸੀਂ ਸੋਚੋ ਕਿ ਉਹ ਮੈਦਾਨੀ ਏਰੀਆ ਆ ਜਿਹੜੇ ਬਾਰਡਰਸ ਹੈ, ਐਂਡ ਉੱਥੇ ਮਾਈਨਸ ਟੈਂਪਰੇਚਰ ਜਾ ਰਿਹਾ ਔਰ ਨਾਲ ਸਨੋ ਗਿਰ ਰਹੀ ਹੈ, ਔਰ ਬੱਚਿਆਂ ਕੋ ਉਹੀ ਕੱਪੜੇ ਜੋ ਉਹਨਾਂ ਨੇ ਪਾਏ ਹੋਏ ਆ, ਖਾਣ ਨੂੰ ਥੋੜਾ ਬਹੁਤ ਹੈ, ਪਾਣੀ ਜਿਹੜਾ ਉਹ ਕੈਰੀ ਵੀ ਕਰ ਰਹੇ, ਅੱਧਾ ਫਰੀਜ਼ ਹੋ ਰਿਹਾ। ਬੱਚੇ ਉੱਥੇ BP ਗਿਰ ਰਿਹਾ, ਉਹਨਾਂ ਦਾ ਗਿਰ ਰਹੇ ਆ। ਵੋਟਿੰਗ ਨਹੀਂ ਹੋਈ ਯੂਕਰੇਨ ਦੇ ਹੱਕ ਦੇ ਵਿੱਚ, ਨਾ ਹੀ ਵਿਰੋਧ ਦੇ ਵਿੱਚ ਰੂਸ ਦਾ ਸਾਥ ਦਿੱਤਾ ਗਿਆ। ਲੋਕੀ ਇੰਡਾਇਰੈਕਟਲੀ ਕਹਿੰਦੇ ਆ ਕਿ ਇੰਡੀਆ ਨੇ ਜਿਹੜਾ ਰੂਸ ਦਾ ਸਾਥ ਦਿੱਤਾ। ਉਸ ਤੋਂ ਬਾਅਦ ਬੱਚਿਆਂ ਨੂੰ ਪ੍ਰੋਬਲਮ ਕੋਈ ਜ਼ਿਆਦਾ ਆਉਣੀ ਸ਼ੁਰੂ ਹੋ ਗਈ। ਪੋਲੈਂਡ ਬਾਰਡਰ ਤੇ ਅਸੀਂ ਦੇਖਿਆ ਕਿ ਬੱਚਿਆਂ ਨੂੰ ਮੈਨ ਹੈਂਡਲਿੰਗ ਬਹੁਤ ਬੁਰੀ ਤਰ੍ਹਾਂ ਹੋਈ। ਮਤਲਬ ਉਹਨਾਂ ਨੂੰ ਲੱਤਾਂ ਮਾਰ ਰਹੇ ਸੀਗੇ, ਉਹ ਉਹਨਾਂ ਨੂੰ ਸ਼ਰੇਆਮ ਬੋਲ ਰਹੇ ਸੀ ਕਿ ਜੇ ਤੁਹਾਡੀ ਸਰਕਾਰ ਨੇ ਸਾਨੂੰ ਹੈਲਪ ਨਹੀਂ ਕੀਤੀ ਤਾਂ ਅਸੀਂ ਤੁਹਾਡੇ ਨਾਲ ਕਿਉਂ ਕੋਆਪਰੇਟ ਕਰੀਏ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਤੇ ਮੈਂ ਲਾਲ ਕਮਲ ਇਸ ਟਾਈਮ ਮੌਜੂਦ ਹਾਂ ਪਿੰਡ ਸਾਹਿਵਾ ਵਿਖੇ, ਜਿੱਥੋਂ ਦੇ ਇੱਕ ਬੱਚੇ ਜਿਹੜੀ ਆ ਉਹ MBBS ਕਰਨ ਗਏ ਔਰ ਯੂਕਰੇਨ ਦੇ ਵਿੱਚ ਜਿਹੜੇ ਹਾਲਾਤ ਖਰਾਬ ਹੋਣ ਕਰਕੇ ਉਹਨਾਂ ਨੂੰ ਵਾਪਸ ਪਰਤਣਾ ਪਿਆ। ਲੜਾਈ ਚਾਹੇ ਘਰਾਂ ਦੇ ਵਿੱਚ ਹੋਵੇ, ਲੜਾਈ ਚਾਹੇ ਮਹੱਲਿਆਂ ਦੇ ਵਿੱਚ ਹੋਵੇ, ਲੜਾਈ ਚਾਹੇ ਦੇਸ਼ ਦੇ ਵਿੱਚ ਹੋਵੇ, ਲੜਾਈ ਪ੍ਰਦੇਸ਼ ਦੇ ਵਿੱਚ ਹੋਵੇ, ਤੇ ਉਹਦਾ ਇਫੈਕਟ ਜਿਹੜਾ ਆ ਉਹ ਸਾਡੇ ਫਿਊਚਰ ਤੇ ਪੈਂਦਾ, ਸਾਡੇ ਬੱਚਿਆਂ ਤੇ ਪੈਂਦਾ। ਕੁਝ ਇਸ ਤਰ੍ਹਾਂ ਦਾ ਹੀ ਹੋਇਆ। ਆਪਾਂ ਜਾਣਦੇ ਹਾਂ ਉਸ ਬੱਚੀ ਕੋਲੋਂ ਕਿ ਉੱਥੇ ਇਸ ਟਾਈਮ ਯੂਕਰੇਨ ਦੇ ਵਿੱਚ ਹਾਲਾਤ ਕਿੱਦਾਂ ਦੇ ਆ, ਤੇ ਉਹ ਕਿਸ ਤਰ੍ਹਾਂ ਜਿਹੜੇ ਉਹ ਨਿਕਲ ਕੇ ਜਿਹੜੇ ਇੰਡੀਆ ਦੇ ਵਿੱਚ ਵਾਪਸ ਪਰਤੇ। ਆਪਾਂ ਗੱਲਬਾਤ ਕਰਦੇ ਹਾਂ ਦੀਕਸ਼ਾ ਦੇ ਨਾਲ। ਦੀਕਸ਼ਾ, ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਇਸ ਟਾਈਮ ਉੱਥੇ ਬਣਿਆ ਹੋਇਆ? ਬਹੁਤ ਬੁਰਾ ਹਾਲ ਹੈ ਉੱਥੇ ਇਸ ਵੇਲੇ। ਅਗਰ ਅਸੀਂ ਖਾਰਕਿਵ ਔਰ ਕੀਵ ਦੀ ਗੱਲ ਕਰੀਏ, ਉੱਥੇ ਨਿਆਣੇ ਬਹੁਤ ਬੁਰੀ ਤਰ੍ਹਾਂ ਫਸੇ ਆ। ਅਸੀਂ ਕੱਲ੍ਹ ਨਿਊਜ਼ ਸੁਣੀ, ਪਤਾ ਜਦ ਕੱਲ੍ਹ ਨਿਊਜ਼ ਸੁਣੀ ਸਾਨੂੰ ਉਹਦਾ ਸ਼ੌਕ ਹੋਇਆ ਕਿ ਸਾਡੇ ਨਾਲ ਦਾ ਇੱਕ ਬੱਚਾ ਉੱਥੇ ਉਹਦੀ ਡੈਥ ਹੋ ਗਈ। ਐਂਡ ਸੁਮੀ ਯੂਨੀਵਰਸਿਟੀ ਹੋ ਗਿਆ, ਓਡੇਸਾ ਦੀ ਯੂਨੀਵਰਸਿਟੀ ਹੋ ਗਿਆ, ਬੱਚੇ ਬਹੁਤ ਫਸੇ ਹੋਏ ਆ। ਉਹਨਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ, ਉਹਨਾਂ ਨੂੰ ਈਵਨ ਆਪਣੇ ਸ਼ਹਿਰਾਂ ਤੋਂ ਬਾਰਡਰ ਤੱਕ ਜਾਣ ਨੂੰ ਮੁਸ਼ਕਿਲ ਹੋ ਰਹੀ ਆ। ਔਰ ਜਿਹੜੀ ਮੇਰੀ ਯੂਨੀਵਰਸਿਟੀ ਦੇ ਬੱਚੇ ਆ, ਉਹ ਵਿਚਾਰਿਆਂ ਨੂੰ ਸ਼ਡਿਊਲਡ ਸੀ, ਉਹਨਾਂ ਦੀ ਕੱਲ੍ਹ ਦੀ ਜਾਂ ਪਰਸੋਂ ਦੀ ਇੱਦਾਂ ਹੁੰਦੀ ਸੀਗੀ, ਉਹਨੂੰ ਡਿਲੇ ਕਰਨਾ ਪਿਆ ਜਸਟ ਬਿਕੋਜ਼ ਬਾਰਡਰਸ 'ਤੇ ਰਸ਼ ਹੈ। ਮੈਂ ਲੱਕੀ ਸੀਗੀ ਜਾਂ ਅਸੀਂ ਲੱਕੀ ਸੀਗੇ, ਸਾਡੀ ਵੈਸਟਰਨ ਸਾਈਡ 'ਤੇ ਯੂਨੀਵਰਸਿਟੀ ਸੀਗੀ, ਤਾਂ ਇਵੈਕੂਏਸ਼ਨ ਸਾਨੂੰ ਸਭ ਤੋਂ ਪਹਿਲਾਂ ਮਿਲ ਗਿਆ। ਜਿਹੜੇ ਹੋਰ ਵੀ ਜਿੱਦਾਂ ਟਰਨੋਪਿਲ ਆ ਜਾਂ ਇਵਾਨੋ ਆ ਜਾਂ ਲਵੀਵ ਦੇ ਬੱਚੇ ਆ, ਉਹ ਵੀ ਉਹਨਾਂ ਨੂੰ ਇਵੈਕੂਏਸ਼ਨ ਅਗਰ ਸਭ ਤੋਂ ਪਹਿਲਾਂ ਮਿਲਿਆ ਤਾਂ ਬਟ ਉਹਨਾਂ ਨੂੰ ਬਾਰਡਰਸ 'ਤੇ ਦਿੱਕਤ ਆ ਰਹੀ ਆ। ਉਹਨਾਂ ਨੂੰ ਬਾਰਡਰ ਕ੍ਰਾਸ ਕਰਨ ਨੂੰ, ਯੂਕਰੇਨੀਅਨ ਸਾਈਡ ਤੋਂ ਬਾਰਡਰ ਕ੍ਰਾਸ ਕਰਨ ਨੂੰ ਦਿੱਕਤ ਆ ਰਹੀ। ਅੱਗੇ ਰੋਮੇਨੀਅਨ ਜਾਂ ਪੋਲਿਸ਼ ਹੈ, ਉੱਥੇ ਸਾਡੀ ਅੰਬੈਸੀ ਦੇ ਅਫੀਸ਼ੀਅਲਸ ਹੈ, ਉਹਨਾਂ ਨੂੰ ਉੱਥੇ ਠੀਕ ਹੈ। ਮਤਲਬ ਉਹ ਇੱਦਾਂ ਆ ਕਿ ਬੱਚੇ ਸਾਨੂੰ 40-40 ਘੰਟੇ ਖੜ੍ਹੇ ਹੋਣਾ ਪੈ ਰਿਹਾ ਜਾਂ 2-2 ਦਿਨ ਖੜ੍ਹੇ ਹੋ ਕੇ ਠੰਡ ਦੇ ਵਿੱਚ -5 ਡਿਗਰੀ, -10 ਡਿਗਰੀ। ਤੁਸੀਂ ਸੋਚੋ ਕਿ ਉਹ ਮੈਦਾਨੀ ਏਰੀਆ ਆ ਜਿਹੜੇ ਬਾਰਡਰਸ ਹੈ, ਐਂਡ ਉੱਥੇ ਮਾਈਨਸ ਟੈਂਪਰੇਚਰ ਜਾ ਰਿਹਾ ਔਰ ਨਾਲ ਸਨੋ ਗਿਰ ਰਹੀ ਆ, ਔਰ ਬੱਚਿਆਂ ਕੋ ਉਹੀ ਕੱਪੜੇ ਜੋ ਉਹਨਾਂ ਨੇ ਪਾਏ ਹੋਏ ਆ, ਖਾਣ ਨੂੰ ਥੋੜਾ ਬਹੁਤ ਹੈ, ਪਾਣੀ ਜਿਹੜਾ ਉਹ ਕੈਰੀ ਵੀ ਕਰ ਰਹੇ, ਅੱਧਾ ਫਰੀਜ਼ ਹੋ ਰਿਹਾ। ਬੱਚੇ ਉੱਥੇ BP ਗਿਰ ਰਿਹਾ, ਉਹਨਾਂ ਦਾ ਗਿਰ ਰਹੇ ਆ। ਕਈ ਬੱਚੇ ਇੱਦਾਂ ਸੀਗੇ, ਅਸੀਂ ਟਰਨੋਪਿਲ ਦੇ ਕਈ ਬੱਚਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਇੱਦਾਂ ਹਾਲ ਸੀਗਾ ਕਿ ਅਸੀਂ ਬਾਰਡਰ 'ਤੇ ਜਾ ਕੇ ਆਏ, 24 ਘੰਟੇ ਉੱਥੇ ਖੜ੍ਹੇ ਹੋਏ, ਸਨੋ ਹੋ ਗਈ, ਜਿੰਨੇ ਬੱਚੇ ਆਏ ਵਾਪਸ ਆਉਣਾ ਪਿਆ ਕਿਉਂਕਿ ਸਾਨੂੰ ਪੈਸੇਜ ਨਹੀਂ ਮਿਲਿਆ, ਅਸੀਂ ਹੁਣ ਦੂਸਰੀ ਸਾਈਡ ਜਾਣਾ। ਦੀਕਸ਼ਾ, ਪੰਜਾਬ ਗੌਰਮੈਂਟ ਜਾਂ ਇੰਡੀਅਨ ਗੌਰਮੈਂਟ ਵੱਲੋਂ ਕੋਈ ਉਪਰਾਲੇ ਕੀਤੇ ਜਾ ਰਹੇ ਆ ਕਿ ਬੱਚਿਆਂ ਨੂੰ ਜਲਦੀ ਜਿਹੜਾ ਉਹ ਵਾਪਸ ਬੁਲਾਇਆ ਜਾਵੇ?
ਫਿਲਹਾਲ ਤਾਂ ਕਰ ਰਹੀ ਹੈ ਕੋਸ਼ਿਸ਼, ਅਸੀਂ ਵੀ ਦੇਖ ਰਹੇ ਹਾਂ ਕਿ ਬੈਚਸ ਆਏ। ਮੇਰੀ ਯੂਨੀਵਰਸਿਟੀ ਦੇ 2-3 ਬੈਚਸ ਨਿਕਲੇ, ਮੇਰੀ ਆਲਮੋਸਟ ਅੱਧੀ ਨਾਲ ਜ਼ਿਆਦਾ ਯੂਨੀਵਰਸਿਟੀ ਖਾਲੀ ਹੈ ਇਸ ਵੇਲੇ, ਉੱਥੇ ਬੱਚੇ ਨਹੀਂ ਆ। ਬਟ ਥੋੜ੍ਹਾ ਸਲੋ ਹੋ ਰਿਹਾ ਕੰਮ, ਕਿਉਂਕਿ ਸਾਡੀ ਚਲੋ ਠੀਕ ਹੈ ਜੇ ਬੱਚਾ ਰੋਮੇਨੀਆ ਬਾਰਡਰ 'ਤੇ ਹੈ, ਜਾਂ ਮੈਂ ਸੋਚ ਰਹੀ ਜੇ ਮੈਂ ਰੋਮੇਨੀਆ ਬਾਰਡਰ 'ਤੇ ਇਸ ਵੇਲੇ ਹੁੰਦੀ ਤਾਂ ਠੀਕ ਸੀ। ਬਟ ਜਿਹੜੇ ਖਾਰਕਿਵ ਜਾਂ ਕੀਵ ਬਾਰਡਰ ਵਾਲੇ ਉਹਨਾਂ ਨੂੰ ਤਾਂ ਉਹ ਵੀ ਆ ਕਿ ਲਾਈਫ ਦੀ ਵੀ ਦਿੱਕਤ ਹੋਈ ਹੋਈ ਨਾ, ਕਿ ਪਤਾ ਨਹੀਂ ਕਦੋਂ ਸ਼ੈਲਿੰਗ ਹੋ ਜਾਣੀ, ਕਦੋਂ ਇੱਥੇ ਬੰਬਾਰਡਮੈਂਟ ਹੋ ਜਾਣੀ। ਈਵਨ ਉਹਨਾਂ ਨੂੰ ਕਈ ਬੱਚਿਆਂ ਨੂੰ ਇਸ ਚੀਜ਼ ਦੀ ਵੀ ਦਿੱਕਤ ਆ ਰਹੀ ਕਿ ਉਹਨਾਂ ਨੂੰ ਟ੍ਰੇਨਸ ਦੇ ਵਿੱਚ ਐਂਟਰੀ ਨਹੀਂ ਮਿਲ ਰਹੀ, ਕਿਉਂਕਿ ਉਹ ਲੋਕਲਸ ਦੀ ਵੀ ਉੱਥੇ ਹੀ ਆ, ਉਹਨਾਂ ਨੇ ਉਹੀ ਟ੍ਰੇਨਸ 'ਚ ਜਾਣਾ, ਜਿਹੜੇ ਫੋਰਨਰਸ ਆ ਉਹਨਾਂ ਨੇ ਵੀ ਉਹੀ ਟ੍ਰੇਨਸ 'ਚ ਜਾਣਾ। ਦੇਖੋ ਜਿਹੜੇ ਖਾਣ ਪੀਣ ਲਈ, ਜਿੱਦਾਂ ਬੱਚਿਆਂ ਨੂੰ ਖਾਣ ਪੀਣ ਲਈ ਕੁਝ ਮਿਲ ਰਿਹਾ ਜਾਂ ਫਿਰ ਕੋਈ ਪ੍ਰੋਬਲਮ ਆ ਰਹੀ ਉਹਨਾਂ ਨੂੰ? ਫਿਲਹਾਲ ਕੱਲ੍ਹ ਤੱਕ ਤਾਂ ਕੱਲ੍ਹ ਤੋਂ ਮੈਂ ਦੇਖ ਰਹੀ ਹਾਂ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਵੀ ਕਈ ਹੈਗੇ ਆ ਜਿਨ੍ਹਾਂ ਨੇ ਸਾਡੇ ਲੋਕਲਸ, ਕਈ ਉੱਥੇ ਇੰਡੀਅਨਸ ਜਿਹੜੇ ਹੈਗੇ ਉਹਨਾਂ ਨੇ ਬੜੀ ਹੈਲਪ ਕੀਤੀ। ਤੁਸੀਂ ਅੱਜ ਕੱਲ੍ਹ ਦੇਖ ਰਹੇ ਕਿ ਥੋੜ੍ਹੇ ਨੰਬਰਸ ਨਿਕਲ ਕੇ ਆ ਰਹੇ ਕਿ ਉਹ ਕਹਿ ਰਹੇ ਕਿ ਕੰਟੈਕਟ ਕਰੋ ਜੇ ਤੁਸੀਂ ਕੀਵ 'ਚ, ਅਸੀਂ ਤੁਹਾਨੂੰ ਸ਼ੈਲਟਰ ਜਾਂ ਫੂਡ ਪ੍ਰੋਵਾਈਡ ਕਰਾਂਗੇ, ਜਾਂ ਲਵੀਵ 'ਚ ਹੈ, ਜਾਂ ਉਹ ਖਾਰਕਿਵ 'ਚ ਵੀ 1-2 ਨੰਬਰਸ ਨਿਕਲ ਕੇ ਆਏ ਆ। ਰੋਮੇਨੀਅਨ ਸਾਈਡ 'ਤੇ ਜਦੋਂ ਅਸੀਂ ਬਾਰਡਰ ਕ੍ਰੋਸ ਕਰ ਲੈਂਦੇ ਉੱਥੇ ਖਾਣ ਦੀ ਕੋਈ ਦਿੱਕਤ ਨਹੀਂ ਆ। ਜਦੋਂ ਹੀ ਬਾਰਡਰ ਕ੍ਰੋਸ ਹੁੰਦਾ, ਰੋਮੇਨੀਅਨ ਲੋਕਾਂ ਨੇ ਆਪ ਉੱਥੇ ਟੈਂਟਸ ਲਗਾਏ ਆ ਉਹਨਾਂ ਨੂੰ ਫ੍ਰੀ ਫੂਡ ਦੇਣ ਨੂੰ। ਈਵਨ ਜਿਹੜੇ ਮੇਰੇ ਨਾਲ ਬੱਚੇ ਆਏ ਉਹ ਵੀ ਇੱਦਾਂ ਹੀ ਸੀਗੇ ਕਿ ਯੂਕਰੇਨੀਅਨ ਸਾਈਡ ਤੱਕ ਅਸੀਂ ਆਪਣੇ ਫੂਡ 'ਤੇ ਡਿਪੈਂਡੈਂਟ ਸੀਗੇ, ਅਸੀਂ ਆਪ ਜੋ ਲੈ ਕੇ ਗਏ ਸੀ ਉਹ 'ਤੇ ਡਿਪੈਂਡ ਸੀ। ਉਹ ਤੋਂ ਅੱਗੇ ਜਾ ਕੇ ਨਾ ਸ਼ੈਲਟਰ ਦੀ ਦਿੱਕਤ ਆਈ, ਨਾ ਫੂਡ ਦੀ ਦਿੱਕਤ ਆਈ, ਪਰ ਉਹ ਤੋਂ ਪਹਿਲਾਂ ਹੈ। ਦੇਖੋ ਭਾਰਤ ਸਰਕਾਰ ਨੇ ਕੀ ਹੈਲਪ ਕੀਤੀ ਤੁਹਾਡੀ? ਭਾਰਤ ਸਰਕਾਰ ਨੇ ਇਹ ਸਿਰਫ ਗੱਲਾਂ ਕੀਤੀਆਂ ਜਾਂ ਕੁਝ ਹਕੀਕਤ ਦੇ ਵਿੱਚ ਤੁਹਾਡੇ ਲਈ ਕੁਝ ਕੀਤਾ? ਹਾਲੇ ਤੱਕ ਤਾਂ ਮੈਂ ਤਾਂ ਲੱਕੀ ਸੀਗੀ ਕਿ ਮੇਰੀ ਜਿਹੜੀ ਕਮਰਸ਼ੀਅਲ ਫਲਾਈਟ ਸੀ ਉਹ ਉੜ ਗਈ, ਸਿੱਧੀ ਗੱਲ ਹੈ। ਜਿਹੜੇ ਬਾਕੀ ਵਿਚਾਰੇ ਸੀਗੇ ਉਹਨਾਂ ਦੀਆਂ ਉਹ ਨਹੀਂ ਹੋਈਆਂ, ਤਾਂ ਉਹਨਾਂ ਨੂੰ ਇਵੈਕੂਏਸ਼ਨ ਤਾਂ ਹੈ। ਸੌਰੀ ਦੀਸ਼ੂ, ਜਿਹੜੇ ਤੁਹਾਡੇ ਨਾਲ ਬੱਚੇ ਸੀ, ਜਿਹੜੇ ਬੱਚੇ ਸੀ ਉਹ ਉੱਥੇ ਏਅਰਪੋਰਟ 'ਤੇ ਮੌਜੂਦ ਸੀ ਜਦੋਂ ਤੁਸੀਂ ਨਿਕਲੇ ਹੋ, ਜਾਂ ਉਹ ਵਾਪਸ ਪਰਤ ਗਏ? ਨਹੀਂ, ਸਾਰੇ ਵਾਪਸ ਚਲੇ ਗਏ ਉੱਥੋਂ। ਉੱਥੇ ਬੱਚੇ ਸੀਗੇ, ਵੇਟ ਕਰ ਰਹੇ ਸੀ, ਕਈਆਂ ਦੀਆਂ ਫਲਾਈਟਸ 24 ਤਰੀਕ ਦੀਆਂ ਸੀ, ਉਹ ਉੱਥੇ ਸੀਗੇ ਕਿ ਅਸੀਂ ਇੱਥੇ ਵੇਟ ਕਰਨਾ ਅਤੇ ਅਸੀਂ ਫਲਾਈਟ ਪਕੜਾਂਗੇ। ਪਰ ਜਿੱਦਾਂ ਹੀ ਕੀਵ 'ਤੇ ਅਟੈਕ ਹੋਇਆ ਉਹ ਸਾਰੇ ਨਿਕਲ ਗਏ ਵਾਪਸ ਚਰਨੋਵਿਤਸੀ ਨੂੰ। ਸਾਡੀ ਜਿਹੜੀ ਕੰਸਲਟੈਂਸੀ ਆ MD ਹਾਊਸ, ਉਹਨਾਂ ਨੇ ਇਹੀ ਰਿਕਮੈਂਡੇਸ਼ਨ ਦਿੱਤੀ ਸੀਗੀ ਉਸ ਵੇਲੇ ਜਦੋਂ ਇੱਕਦਮ ਅਟੈਕ ਹੋਇਆ ਸੀਗਾ, ਜਾਂ ਤਾਂ ਤੁਸੀਂ ਇੰਡੀਅਨ ਐਮਬੈਸੀ ਕੀਵ ਦਾ ਐਡਰੈਸ ਦਿੱਤਾ ਸੀ ਉੱਥੇ ਜਾਓ, ਜਾਂ ਤੁਸੀਂ ਵਾਪਸ ਅਗਰ ਤੁਹਾਨੂੰ ਕੋਈ ਟਰਾਂਸਪੋਰਟੇਸ਼ਨ ਮਿਲ ਰਹੀ ਹੈ, ਟ੍ਰੇਨ ਜਾਂ ਬੱਸ ਜੋ ਵੀ ਮਿਲ ਰਿਹਾ, ਤੁਸੀਂ ਪਕੜ ਕੇ ਵਾਪਸ ਚਰਨੋਵਿਤਸੀ ਆ ਜਾਓ। ਜਿਹੜੇ ਦੀਕਸ਼ੂ ਦਾਅਵੇ ਕੀਤੇ ਜਾਂਦੇ ਆ ਕਿ ਬੱਸਾਂ ਭੇਜੀਆਂ ਜਾ ਰਹੀਆਂ, ਫਲਾਈਟਸ ਭੇਜੀਆਂ ਜਾ ਰਹੀਆਂ, ਇਹ ਤੁਹਾਡੀ ਟਿਕਟ ਜਿਹੜੀ ਹੈ ਭਾਰਤ ਸਰਕਾਰ ਨੇ ਲਾਈ ਜਾਂ ਤੁਸੀਂ ਆਪਣੇ ਪੱਲਿਓਂ ਪੈਸੇ ਜਿਹੜੇ ਖਰਚ ਕੀਤੇ? ਸਰ, ਮੇਰੀ ਟਿਕਟ ਮੈਂ ਆਪ ਲਈ। ਉਦੋਂ ਵੀ ਜਿਹੜੇ ਬੱਚਿਆਂ ਨੂੰ ਕਿਹਾ ਸੀਗਾ ਕਿ ਏਅਰ ਇੰਡੀਆ ਨੇ ਫਲਾਈਟਸ ਲਗਾਈਆਂ ਸੀ, ਉਹ ਵੀ ਬੱਚੇ ਆਪ ਟਿਕਟ ਖਰੀਦ ਰਹੇ ਸੀਗੇ, ਔਰ ਉਹਨਾਂ ਦੀ 60,000 ਦੀ ਟਿਕਟ ਸੀ, ਉਹ ਖਰੀਦ ਕੇ ਆਪ ਆ ਰਹੇ ਸੀਗੇ। ਨਾਰਮਲ ਕੀ ਰੇਟ ਹੁੰਦਾ ਆ, ਤੇ ਕੀ ਜੰਗ ਦੇ ਵਿੱਚ ਜਿਹੜਾ ਟਿਕਟ ਦਾ ਰੇਟ ਵਧਿਆ ਜਾਂ ਉਸ ਬਰਾਬਰ ਹੀ ਰਿਹਾ? ਸਰ, ਮੇਰੀ ਨੋਰਮਲ ਟਿਕਟ 40,000, 40 ਮੈਂ ਐਗਜ਼ੈਜਰੇਟ ਕਰਕੇ ਕਹਿ ਰਹੀ ਹਾਂ, ਉੱਦਾਂ 35-36 ਦੇ ਵਿੱਚ ਅਪ ਡਾਊਨ ਦੋਨੋਂ ਹੋ ਜਾਂਦੀ, ਔਰ ਇੱਥੇ 60,000 ਦੀ 1 ਵੇ ਸੀਗੀ। ਔਰ ਈਵਨ ਜੇ ਤੁਸੀਂ ਇੰਡੀਅਨ ਗਵਰਨਮੈਂਟ ਮਤਲਬ ਏਅਰ ਇੰਡੀਆ ਵਾਲੀ ਨਹੀਂ ਵੀ ਲੈ ਰਹੇ ਸੀਗੇ, ਤੁਸੀਂ ਨੋਰਮਲ ਫਲਾਈਟਸ ਵੀ ਲੈ ਰਹੇ ਸੀਗੇ, ਉਹ ਵੀ ਇੰਨੇ ਹੀ ਰੇਟ ਦੀਆਂ ਸੀਗੀਆਂ। ਚਾਹੇ ਏਅਰ ਅਸਤਾਨਾ ਸੀ, ਚਾਹੇ ਤੁਸੀਂ ਏਅਰ ਅਰੇਬੀਆ ਦੀ ਫਲਾਈਟਸ ਸੀ, ਨੋਰਮਲ ਫਲਾਈਟਸ ਜਿਹੜੀਆਂ ਲੈਣੇ, ਚਾਹੇ ਯੂਕਰੇਨ ਇੰਟਰਨੈਸ਼ਨਲ ਦੀ ਸੀਗੀਆਂ, ਸਾਰੀਆਂ 50,000 ਤੋਂ ਲੈ ਕੇ 70,000 ਦੇ ਵਿੱਚ ਬੈਠੀਆਂ ਸੀਗੀਆਂ ਉਦੋਂ। ਜਿਹੜੀ ਆਮ ਨਾਲੋਂ ਵੀ ਰੇਟ ਜ਼ਿਆਦਾ ਸੀ ਜਿੰਨਾ? ਹਾਂਜੀ, ਉਦੋਂ ਇੱਦਾਂ ਸੀਗਾ ਕਿ ਲਾਸਟ ਦੇ ਵਿੱਚ ਉਹਨਾਂ ਨੂੰ ਪਤਾ ਚੱਲਿਆ ਕਿ ਇਵੈਕੂਏਸ਼ਨ ਹੋ ਰਿਹਾ ਹੈ ਬੱਚਿਆਂ ਦਾ। ਨੋਰਮਲ ਏਅਰਲਾਈਨਸ ਨੇ ਵੀ ਫਲਾਈਟਸ ਦੀਆਂ ਟਿਕਟਸ ਮਹਿੰਗੀਆਂ ਕੀਤੀਆਂ ਸੀਗੀਆਂ ਉਦੋਂ। ਕਿੰਨੀ ਦੇਰ ਦੀ ਤੁਹਾਡੀ ਪੜ੍ਹਾਈ ਕੰਪਲੀਟ ਹੋ ਗਈ ਸੀ ਤੇ ਕਿੰਨੀ ਬਾਕੀ ਸੀ? ਮੇਰੀ ਜੂਨ ਦੇ ਵਿੱਚ ਸਟੱਡੀਜ਼ ਕੰਪਲੀਟ ਹੋ ਜਾਣੀਆਂ ਸੀਗੀਆਂ। ਮੈਂ 6th ਈਅਰ ਸਟੂਡੈਂਟ ਹਾਂ, ਐਂਡ ਜੂਨ ਦੇ ਵਿੱਚ ਅਸੀਂ ਜਨਰਲੀ ਸਾਡੇ ਮਈ ਦੇ ਵਿੱਚ ਲਾਸਟ ਦੇ ਵਿੱਚ ਐਗਜ਼ਾਮਸ ਹੁੰਦੇ, ਔਰ ਜੂਨ 'ਚ ਸਾਡੀ ਕਨਵੋਕੇਸ਼ਨ ਹੁੰਦੀ, ਸਾਨੂੰ ਡਿਗਰੀ ਮਿਲ ਜਾਂਦੀ ਜੂਨ 'ਚ। ਜਿਹੜੇ ਬੱਚੇ ਬੱਚਿਆਂ ਦੇ ਹਾਲਾਤ ਕਿੱਦਾਂ ਦੇ? ਤੁਸੀਂ ਤਾਂ ਦੇਖੋ ਨੇੜੇ ਦੇਖ ਕੇ ਆਏ ਹੋ, ਬੱਚਿਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ, ਬੱਚੇ ਕਿਸ ਤਰ੍ਹਾਂ ਰਹਿ ਰਹੇ ਆ, ਬੱਚੇ ਪਲਾਨ ਕਿਸ ਤਰ੍ਹਾਂ ਕਰ ਰਹੇ ਆ, ਕੁਛ ਇੱਦਾਂ ਦਾ ਤੁਹਾਨੂੰ ਤੁਸੀਂ ਦੇਖਿਆ ਹੋਵੇ ਬੱਚਿਆਂ ਦੇ ਨੇੜੇ ਤੁਸੀਂ ਰਹੇ ਹੋ, ਤੇ ਕੀ ਲੱਗਦਾ ਕਿ ਬੱਚੇ ਜਿਹੜੇ ਆ ਪੈਨਿਕ ਲੱਗਦੇ ਸੀ ਜਾਂ ਬੱਚੇ ਠੀਕ ਲੱਗਦੇ ਸੀ? ਸਟਾਰਟਿੰਗ ਦੇ ਵਿੱਚ ਬੱਚੇ ਠੀਕ ਸੀਗੇ, ਮਤਲਬ ਉਹਨਾਂ ਕੋਲ ਥੋੜ੍ਹਾ ਮੋਟੀਵੇਸ਼ਨ ਸੀਗਾ ਕਿ ਅਸੀਂ ਨਿਕਲਾਂਗੇ। ਬਟ ਇਸ ਵੇਲੇ ਜਿੱਦਾਂ ਮੇਰੇ ਕੁਝ ਫਰੈਂਡਸ ਆ ਉਹ ਕੀਵ ਯੂਨੀਵਰਸਿਟੀ 'ਚ ਪੜ੍ਹਦੇ ਆ, ਉਹਨਾਂ ਦਾ ਕੱਲ੍ਹ ਪਰਸੋਂ ਗੱਲ ਹੋਈ, ਉਹ ਕਹਿੰਦੇ ਕਿ ਅਸੀਂ ਫਾਈਨਲੀ ਸਾਨੂੰ ਟ੍ਰੇਨ ਮਿਲੀ ਤਾਂ ਅਸੀਂ ਪੋਲੈਂਡ ਬਾਰਡਰ ਜਾ ਰਹੇ ਹਾਂ। ਇੱਦਾਂ ਹੁਣ ਉਹਨਾਂ ਦੇ ਵਿੱਚ ਇੱਦਾਂ ਹੋ ਗਿਆ ਹੈ ਕਿ ਹੁਣ ਜਦੋਂ ਫੂਡ ਦੀ ਕਮੀ ਆ, ਵਾਟਰ ਦੀ ਕਮੀ ਆ, ਹੁਣ ਉਹਨਾਂ ਦੇ ਵਿੱਚ ਪੈਨਿਕ ਜ਼ਿਆਦਾ ਵੱਧ ਗਿਆ। ਪਹਿਲਾਂ ਉਹ ਥੋੜ੍ਹੇ ਮੋਟੀਵੇਟਿਡ ਸੀ ਕਿ ਹਾਂ ਅਸੀਂ ਬਾਰਡਰਸ 'ਤੇ ਜਾਵਾਂਗੇ, ਅਸੀਂ ਕ੍ਰੋਸ ਕਰ ਲਵਾਂਗੇ। ਜਿਹੜੇ ਬਾਰਡਰਸ 'ਤੇ ਬੱਚੇ ਆ ਉਹ ਵੀ ਥੋੜ੍ਹੇ 2-2 ਦਿਨ ਤੱਕ ਉਹਨਾਂ ਨੂੰ ਜਦੋਂ ਉੱਥੇ ਖੜ੍ਹੇ ਹੋਣਾ ਪੈ ਰਿਹਾ, ਉਹ ਥੋੜ੍ਹੇ ਡੀਮੋਟੀਵੇਟਿਡ ਹੋ ਰਹੇ ਆ।
ਤੁਹਾਡੇ ਤੋਂ ਬਾਅਦ ਅਟੈਕ ਹੁੰਦਾ ਆ, ਕਾਫੀ ਨੁਕਸਾਨ ਹੋ ਜਾਂਦਾ ਆ। ਤੁਸੀਂ ਨਿਊਜ਼ ਦੇ ਵਿੱਚ ਵੀ ਦੇਖਿਆ, ਤੁਸੀਂ ਕੋਲੋਂ ਵੀ ਤੁਸੀਂ ਬਹੁਤ ਚੀਜ਼ਾਂ ਜਿਹੜੀਆਂ ਉਹ ਤੱਕੀਆਂ, ਤੁਸੀਂ ਨੇੜਿਓਂ ਦੇਖੀਆਂ ਤੁਸੀਂ, ਅਤੇ ਕਿੱਦਾਂ ਦਾ ਲੱਗਦਾ ਸੀ ਕਿ ਉਹ ਜਿਹੜੀ ਚੀਜ਼ ਹੱਸਦੀ ਵੱਸਦੀ ਜਿਹੜੀ ਚੀਜ਼ ਸੀਗੀ ਅਤੇ ਉਹ ਤਬਾਹ ਹੋ ਗਈ ਹੁੰਦੀ, ਉਹਨੂੰ ਦੇਖਣਾ ਤਾਂ ਕਿੱਦਾਂ ਦਾ ਲੱਗਾ? ਬਹੁਤ ਬੁਰਾ। ਅਸੀਂ ਜਦੋਂ ਕੀਵ ਤੋਂ ਨਿਕਲ ਗਏ ਸੀਗੇ, ਸਾਨੂੰ ਨਹੀਂ ਪਤਾ ਸੀ ਪਿੱਛੇ ਅਟੈਕ ਹੋ ਗਿਆ। ਅਸੀਂ ਅਲਮਾਟੀ ਪਹੁੰਚੇ, ਜਿਹੜਾ ਕਜ਼ਾਕਿਸਤਾਨ ਦੇ ਵਿੱਚ ਹੈ। ਅਸੀਂ ਆਪਣੇ ਫੋਨਸ ਦੇਖੇ, ਅਸੀਂ ਥੋੜ੍ਹੀ ਦੇਰ ਲਈ ਤਾਂ ਇੱਦਾਂ ਹੋ ਗਏ, ਦਨ ਰਹਿ ਗਏ ਕਿ ਵੀ ਚੱਲ ਕਿਆ ਰਿਹਾ ਆ। ਸਾਨੂੰ ਨਹੀਂ ਪਤਾ ਸੀ ਕਿ ਪਿਛਲੇ 8 ਘੰਟਿਆਂ 'ਚ ਇੰਨਾ ਕੁਛ ਬਦਲ ਜਾਣਾ ਉੱਥੇ। ਕੀਵ ਅਸੀਂ ਹਰ ਸਾਲ ਸਾਨੂੰ ਕੀਵ ਆਉਣਾ ਪੈਂਦਾ ਜੇ ਅਸੀਂ ਇੰਡੀਆ ਦੀ ਫਲਾਈਟ ਲਈਏ। ਚਿਰਨੋਵਿਤਸੀ ਹਲੇ ਠੀਕ ਹੈ, ਬਟ ਚਿਰਨੋਵਿਤਸੀ ਦੀਆਂ ਵੀ ਫੋਟੋਜ਼ ਹੁਣ ਜਿਹੜੀਆਂ ਆ ਰਹੀਆਂ, ਉੱਥੇ ਵੀ ਉਹ ਸ਼ੈਲਟਰ ਹੋਮਸ ਬਣਾ ਰਹੇ ਲੋਕਲ ਯੂਕਰੇਨੀਅਨਸ ਲਈ, ਜਾਂ ਸਾਇਰਨਸ ਲੱਗ ਰਹੇ ਜਾਂ ਅਸੀਂ ਹਰ ਰੋਜ਼ ਫੋਟੋਜ਼ ਦੇਖਦੇ ਕਿ ਹਾਂ ਇੱਥੇ ਬਲਾਸਟ ਹੋ ਗਿਆ, ਇੱਧਰ ਹੋ ਰਿਹਾ। ਉਹ ਬਹੁਤ ਬੁਰਾ ਦਿਖ ਰਿਹਾ। ਮਤਲਬ ਮੁੰਡੇ ਤਾਂ ਦਿਖਸ਼ੂ ਜਿਹੜੇ ਲੜਕੇ ਆ ਉਹ ਕਿਸ ਤਰ੍ਹਾਂ ਕਰ ਲੈਂਦੇ ਆ, ਮੇਨਟੇਨ ਹੋ ਜਾਂਦਾ ਕੰਮ। ਜਿਹੜੀਆਂ ਲੜਕੀਆਂ ਲਈ ਕਿੰਨੀ ਕੁ ਪ੍ਰੋਬਲਮ ਹੈਗੀ ਆ, ਔਰ ਲੜਕੀਆਂ ਦਾ ਕੌਣ ਲੜਕੀਆਂ ਨੂੰ ਸੰਭਾਲ ਰਿਹਾ, ਅਤੇ ਕੌਣ ਲੜਕੀਆਂ ਕਿ ਸੈਲਫ ਹੀ ਕਰ ਰਹੀਆਂ ਸਾਰਾ ਕੁਝ, ਜਾਂ ਉੱਧਰਲੀਆਂ ਕੋਈ ਸਮਾਜ ਸੇਵੀ ਸੰਸਥਾ ਦਾ ਜਾਂ ਕੋਈ NGO ਵਗੈਰਾ ਵੀ ਆ ਜਿਹੜੇ ਉੱਥੇ ਸਾਥ ਦੇ ਰਹੇ? ਨਹੀਂ, ਫਿਲਹਾਲ ਲਈ ਤਾਂ ਮਤਲਬ ਅਸੀਂ ਆਪ ਗਏ ਸੀਗੇ ਆਪਣੀ ਇੱਛਾ ਨਾਲ ਉੱਥੇ। ਤਾਂ ਇੱਦਾਂ ਤਾਂ ਨਹੀਂ ਹੈ ਕਿ ਵੀ ਲੜਕੀਆਂ ਬਹੁਤ ਹੀ ਲਾਚਾਰ ਹੈ, ਕਰ ਲੈਂਦੇ ਅਸੀਂ ਵੀ ਆਪੇ ਹੀ। ਬਟ ਉੱਥੇ ਇੱਦਾਂ ਨਹੀਂ ਹੈਗਾ ਕਿ ਸਾਨੂੰ ਫਿਲਹਾਲ ਲਈ ਜਿੰਨੀਆਂ ਵੀ ਉੱਥੇ ਦਿੱਕਤ ਹੈ ਨਾ ਯੂਕਰੇਨ ਦੇ ਵਿੱਚ, ਉਹਨਾਂ ਦੀ ਆਪਣੀ ਵੀ ਲੋਕਾਂ ਲਈ ਹੈਗੀਆਂ ਆ। ਇੰਡੀਅਨ ਸਟੂਡੈਂਟਸ ਮੈਕਸੀਮਮ ਡਿਪੈਂਡੈਂਟ ਹੈਗੇ ਇੰਡੀਅਨ ਅੰਬੈਸੀ 'ਤੇ, ਜਾਂ ਇੰਡੀਅਨ ਕੰਟੈਕਟ ਨੰਬਰਸ ਜਿਹੜੇ ਆ ਰਹੇ ਆ, ਜਾਂ ਜਿਹੜੇ ਲੋਕਲ ਇੰਡੀਅਨਸ ਸੋਚ ਰਹੇ ਕਿ ਅਸੀਂ ਯੂਕਰੇਨ 'ਚ ਹੀ ਰਹਿਣਾ ਆ, ਕੋਈ ਹੈਗੇ ਆ ਕਈਆਂ ਦੇ ਕੈਫੇਜ਼ ਆ ਉੱਥੇ ਜਾਂ ਬਿਜ਼ਨਸਿਸ ਆ, ਉਹ ਅੱਗੇ ਆ ਕੇ ਸਾਨੂੰ ਹੈਲਪ ਕਰ ਰਹੇ ਆ। ਕਈ ਫੋਟੋਜ਼ ਆਈਆਂ ਸੀਗੀਆਂ ਕਿ ਕਈਆਂ ਦੇ ਵਿੱਚ ਜਿੱਥੇ ਉਹਨਾਂ ਨੇ ਏਡ ਦਿੱਤੀ, ਜਿੱਦਾਂ ਖਾਲਸਾ ਏਡ ਵਾਲੇ ਬੋਲ ਰਹੇ ਸੀ ਕਿ ਅਸੀਂ ਦੇ ਰਹੇ ਹਾਂ, ਜਾਂ ਉੱਥੇ ਹਰੇ ਕ੍ਰਿਸ਼ਨਾ ਹਰੇ ਰਾਮਾ ਵਾਲਿਆਂ ਦੇ ਜਿਹੜੇ ਇਸਕॉन ਟੈਂਪਲਸ ਆ, ਉਹਨਾਂ ਨੇ ਅੱਗੇ ਆ ਕੇ ਕੀਤੇ, ਉਹ ਹੈਲਪਫੁਲ ਸੀਗੀਆਂ। ਕਈ ਹੋਰ ਵਿਜ਼ੂਅਲਸ ਵੀ ਜਿੱਦਾਂ ਸਾਨੂੰ ਫੋਟੋਜ਼ ਮਿਲੀਆਂ, ਕਈ ਉੱਥੇ ਦੀ ਜਿਹੜੀ ਇਸਲਾਮਿਕ ਕਮਿਊਨਿਟੀ ਆ ਉਹਨਾਂ ਨੇ ਵੀ ਕੀਤਾ ਅੱਗੇ ਆ ਕੇ। ਬਟ ਮੈਕਸੀਮਮ ਇੰਡੀਅਨ ਗਵਰਨਮੈਂਟ, ਇੰਡੀਅਨ ਅੰਬੈਸੀ ਔਰ ਜਿਹੜੇ ਬਾਕੀ ਇੰਡੀਅਨਸ ਉਹਨਾਂ 'ਤੇ ਡਿਪੈਂਡੈਂਟ ਹੈ। ਦੇਖੋ, ਇਹ ਵੀ ਪਤਾ ਲੱਗਾ, ਵੀਡੀਓ ਵੀ ਵਾਇਰਲ ਹੋ ਰਹੀਆਂ ਕਿ ਜਦੋਂ ਇੰਡੀਅਨ ਅੰਬੈਸੀ ਨੂੰ ਫੋਨ ਕਰਦੇ ਬੱਚੇ, ਤਾਂ ਉਹ ਜਿਹੜੇ ਫੋਨ ਪਿਕ ਨਹੀਂ ਕਰ ਰਹੇ ਹੈਗੇ। ਅਤੇ ਜਦੋਂ ਆਪਾਂ ਜੰਗ 'ਚ ਫਸੇ ਹੁੰਦੇ ਆ, ਹਾਲਾਤ ਮਾੜੇ ਹੁੰਦੇ ਆ, ਅਤੇ ਫਿਰ ਫੋਨ ਨਾ ਪਿਕ ਕੀਤਾ ਜਾਵੇ ਤਾਂ ਫਿਰ ਕੀ ਹੁੰਦਾ? ਡੀਮੋਟੀਵੇਸ਼ਨ ਇਹ ਹੁੰਦੀ ਸਭ ਤੋਂ ਪਹਿਲਾਂ, ਕਿਉਂਕਿ ਅਸੀਂ ਜਦੋਂ ਵੀ ਜਾਈਦਾ, ਸਾਨੂੰ ਪਹਿਲੀ ਰਿਕਮੈਂਡੇਸ਼ਨ ਜਦੋਂ ਤੁਸੀਂ ਦੇਸ਼ ਤੋਂ ਬਾਹਰ ਜਾਂਦੇ ਇਹੀ ਹੁੰਦੀ ਕਿ ਉਸ ਦੇਸ਼ ਦੀ ਜਿਹੜੀ ਇੰਡੀਅਨ ਅੰਬੈਸੀ ਆ ਉਹਦੀ ਐਡਵਾਈਜ਼ਰੀ ਫੋਲੋ ਕਰੋ। ਕੁਛ ਵੀ ਹੁੰਦਾ, ਕੋਈ ਪ੍ਰੋਬਲਮ ਆਉਂਦੀ, ਸਭ ਤੋਂ ਪਹਿਲਾਂ ਜਿਹੜੇ ਫੋਰਨਰਸ ਹੁੰਦੇ ਆ ਉਹਨਾਂ ਨੂੰ ਇਹੀ ਕਹਿੰਦੇ ਕਿ ਅੰਬੈਸੀ ਨੂੰ ਕੰਟੈਕਟ ਕਰੋ। ਜਦੋਂ ਸਟਾਰਟ ਹੋਣਾ ਸੀਗਾ, ਈਵਨ ਲਾਸਟ ਈਅਰ ਜਦੋਂ ਇਵੈਕੂਏਸ਼ਨ ਸਾਡਾ ਹੋਇਆ ਸੀਗਾ ਕੋਵਿਡ ਕਰਕੇ, ਉਦੋਂ ਵੰਦੇ ਭਾਰਤ ਮਿਸ਼ਨ ਚੱਲਿਆ, ਸਭ ਤੋਂ ਪਹਿਲਾਂ ਅਸੀਂ ਕਾਲ ਅੰਬੈਸੀ ਨੂੰ ਕੀਤਾ ਸੀਗਾ। ਸਾਨੂੰ ਉਦੋਂ ਹੈਲਪ ਮਿਲੀ, ਉਦੋਂ ਬੱਚੇ ਇੰਨੇ ਉੱਥੋਂ ਆਏ। ਤਾਂ ਇਸ ਵਾਰ ਵੀ ਇਹੀ ਐਕਸਪੈਕਟਡ ਸੀਗਾ ਕਿ ਸਾਨੂੰ ਅੰਬੈਸੀ ਦੱਸੂਗੀ ਕਿ ਕੀ ਕਰਨਾ, ਕਿ ਕਿੱਦਾਂ ਅਸੀਂ ਫੋਲੋ ਅਪ ਕਰੀਏ। ਉਹ ਬੱਚੇ 1 ਫੈਬਰਰੀ ਤੋਂ ਤੁਹਾਨੂੰ ਦੱਸ ਰਹੀ ਕਿ ਉਹ ਤੋਂ ਪਹਿਲਾਂ ਪਤਾ ਨਹੀਂ, ਬਟ 1 ਫੈਬਰਰੀ ਤੋਂ ਰਿਲੀਜੀਅਸਲੀ ਫੋਲੋ ਕਰ ਰਹੇ ਸੀ ਜੋ ਅੰਬੈਸੀ ਨੇ ਦੱਸਿਆ ਕਿ ਜਾਣਾ ਨਹੀਂ ਜਾਣਾ, ਜੇ ਤੁਸੀਂ ਪੈਨਿਕ ਹੋ ਰਹੇ ਨਹੀਂ ਹੋ ਰਹੇ, ਕੀ ਕਰਨਾ ਆ। ਈਵਨ ਅੰਬੈਸੀ ਨੂੰ ਇੱਕ ਪੁਆਇੰਟ 'ਤੇ ਆ ਕੇ ਇਹ ਵੀ ਉਹਨਾਂ ਦੀ ਐਡਵਾਈਜ਼ਰੀ 'ਚ ਸੀਗਾ ਕਿ ਕਿਉਂਕਿ ਬੱਚੇ ਫੋਨ ਕਰ ਰਹੇ ਜਾਂ ਕਿਉਂਕਿ ਪੇਰੈਂਟਸ ਫੋਨ ਕਰ ਰਹੇ, ਅਸੀਂ ਉਹਨਾਂ ਨੂੰ ਐਡਵਾਈਜ਼ ਕਰ ਰਹੇ। ਤਾਂ ਤੁਸੀਂ ਸੋਚ ਸਕਦੇ ਕਿੰਨੇ ਬੱਚਿਆਂ ਨੇ ਫੋਨ ਕੀਤਾ ਹੋਣਾ ਜਾਂ ਕਿੰਨੇ ਪੇਰੈਂਟਸ ਨੇ ਫੋਨ ਕੀਤਾ ਹੋਣਾ ਹੈਲਪ ਲਈ। ਬਟ ਉਦੋਂ ਇੱਦਾਂ ਸੀਗਾ ਕਿ ਉਹ ਹਾਲਾਤ ਅਲੱਗ ਸੀਗੇ। ਹੁਣ ਜੇ ਐਡਵਾਈਜ਼ਰੀ ਫੋਨ ਮਤਲਬ ਅੰਬੈਸੀ ਨਾ ਫੋਨ ਚੱਕੇ ਤਾਂ ਉਹ ਜ਼ਿਆਦਾ ਦਿੱਕਤ ਦਾ ਕੰਮ ਹੈ, ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਹੈ ਉੱਥੇ ਅਸੀਂ ਕਿਹਦੇ ਕੋਲ ਜਾਵਾਂਗੇ ਹੋਰ। ਬਿਲਕੁਲ। ਦੇਖੋ, ਇਹ ਵੀ ਪਤਾ ਲੱਗਾ ਕਿ ਜਦੋਂ ਵੋਟਿੰਗ ਨਹੀਂ ਹੋਈ ਯੂਕਰੇਨ ਦੇ ਹੱਕ ਦੇ ਵਿੱਚ, ਨਾ ਹੀ ਵਿਰੋਧ ਦੇ ਵਿੱਚ ਰੂਸ ਦਾ ਸਾਥ ਦਿੱਤਾ ਗਿਆ, ਲੋਕੀ ਇੰਡਾਇਰੈਕਟਲੀ ਕਹਿੰਦੇ ਆ ਕਿ ਇੰਡੀਆ ਨੇ ਜਿਹੜਾ ਰੂਸ ਦਾ ਸਾਥ ਦਿੱਤਾ, ਉਸ ਤੋਂ ਬਾਅਦ ਬੱਚਿਆਂ ਨੂੰ ਪ੍ਰੋਬਲਮ ਕੋਈ ਜ਼ਿਆਦਾ ਆਉਣੀ ਸ਼ੁਰੂ ਹੋ ਗਈ। ਇੱਦਾਂ ਤਾਂ ਸੁਣਦੇ ਆ ਕਿ ਜਦੋਂ ਵੋਟਿੰਗ ਨਹੀਂ ਕੀਤੀ ਤਾਂ ਫਿਰ ਉਹ ਜਿਹੜੇ ਇੰਡੀਅਨ ਬੱਚੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕੀ ਇਹਦੇ ਵਿੱਚ ਸੱਚਾਈ ਹੈ? ਹਾਂ, ਜਿਹੜੇ ਬਾਰਡਰਸ ਦੇ ਉੱਪਰ ਹੋਇਆ, ਮੈਂ ਨਹੀਂ ਕਹਿੰਦੀ ਕਿ ਸ਼ਹਿਰਾਂ 'ਚ ਹੋਇਆ, ਸ਼ਹਿਰਾਂ 'ਚ ਹਲੇ ਤੱਕ ਕੁਛ ਨਹੀਂ ਹੋਇਆ। ਔਰ ਸਪੈਸੀਫਿਕਲੀ ਪੋਲੈਂਡ ਬਾਰਡਰ 'ਤੇ ਅਸੀਂ ਦੇਖਿਆ ਕਿ ਬੱਚਿਆਂ ਨੂੰ ਮੈਨ ਹੈਂਡਲਿੰਗ ਬਹੁਤ ਬੁਰੀ ਤਰ੍ਹਾਂ ਹੋਈ। ਮਤਲਬ ਉਹਨਾਂ ਨੂੰ ਲੱਤਾਂ ਮਾਰ ਰਹੇ ਸੀਗੇ, ਉਹ ਉਹਨਾਂ ਨੂੰ ਸ਼ਰੇਆਮ ਬੋਲ ਰਹੇ ਸੀ ਕਿ ਜੇ ਤੁਹਾਡੀ ਸਰਕਾਰ ਨੇ ਸਾਨੂੰ ਹੈਲਪ ਨਹੀਂ ਕੀਤੀ ਤਾਂ ਅਸੀਂ ਤੁਹਾਡੇ ਨਾਲ ਕਿਉਂ ਕੋਆਪਰੇਟ ਕਰੀਏ। ਇਹ ਸਭ ਦੇਖਣ ਨੂੰ ਮਿਲਿਆ ਉੱਥੇ। ਈਵਨ ਉਹ ਨਹੀਂ ਦੇਖ ਰਹੇ ਸੀ ਕਿ ਲੜਕਾ ਹੈ ਲੜਕੀ ਹੈ, ਉਹਨਾਂ ਨੂੰ ਅਗਰ ਰਾਸਤਾ ਖਾਲੀ ਕਰਾਉਣਾ ਸੀਗਾ ਉਹਨਾਂ ਨੂੰ ਡੰਡੇ ਮਾਰ ਰਹੇ ਸੀਗੇ ਜਾਂ ਉਹਨਾਂ ਨੂੰ ਖਾਲੀ ਕਰ ਰਹੇ ਸੀ। ਏਅਰ ਫਾਇਰਸ ਵੀ ਹੋਈ ਕਿ ਬੱਚਿਆਂ ਨੂੰ ਡਰਾਉਣ ਨੂੰ ਉਸ ਵੇਲੇ। ਐਂਡ ਈਵਨ ਇੱਦਾਂ ਸੀਗਾ ਕਿ ਨਿਆਣੇ ਇੱਦਾਂ ਸੀਗੇ ਕਿ ਅਸੀਂ ਉੱਥੇ ਖੜ੍ਹੇ ਹਾਂ, 40 ਘੰਟੇ ਹੋ ਗਏ, 12 ਘੰਟੇ ਹੋ ਗਏ ਕਈਆਂ ਨੂੰ ਖੜਿਆਂ ਨੂੰ। ਯੂਕਰੇਨੀਅਨਸ ਆ ਰਹੇ ਆ, ਉਹਨਾਂ ਦੀ ਬੱਸਿਸ ਨੂੰ ਇੱਦਾਂ ਕ੍ਰਾਸ ਕਰਨ ਦੇ ਰਹੇ ਆ, ਬਟ ਇੰਡੀਅਨਸ ਉੱਥੇ ਹੀ ਖੜ੍ਹੇ ਆ। ਇਹ ਪ੍ਰੋਬਲਮ ਜਿਹੜੀ ਆ ਉਹ ਕ੍ਰੀਏਟ ਹੋਈ ਜਦੋਂ ਆਪਾਂ ਉਹਨਾਂ ਦੇ ਹੱਕ ਦੇ ਵਿੱਚ ਵੋਟ ਨਹੀਂ ਕੀਤੀ। ਅਤੇ ਦਿਕਸ਼ੂ, ਜਾਂਦੇ ਜਾਂਦੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ
ਕਿ ਕੀ ਜਿਹੜੇ ਬੱਚੇ ਜਿਹੜੇ ਉੱਥੋਂ ਯੂਕਰੇਨ ਤੋਂ ਵਾਪਸ ਆ ਰਹੇ ਆ, ਕੀ ਇਹਨਾਂ ਦੀ ਸਟੱਡੀ ਜਿਹੜੀ ਹੈ ਦੁਬਾਰਾ ਹੋ ਸਕੇਗੀ, ਰਹੇਗੀ, ਰੈਗੂਲਰ ਰਹੇਗੀ, ਜਾਂ ਫਿਰ ਇੱਥੇ ਇਹਨਾਂ ਦਾ ਫਿਊਚਰ ਜਿਹੜਾ ਖਤਮ ਹੋ ਜਾਣਾ? ਨਹੀਂ, ਫਿਊਚਰ ਤਾਂ ਨਹੀਂ ਖਤਮ ਕਹਿ ਸਕਦੇ। ਫਿਲਹਾਲ ਲਈ ਸਾਡੀ ਯੂਨੀਵਰਸਿਟੀਜ਼ ਨੇ ਸਾਨੂੰ ਕਿਹਾ ਆ ਕਿ ਯੂਨੀਵਰਸਿਟੀਜ਼ ਬੰਦ ਹੈ, ਕਿਉਂਕਿ ਓਬਵੀਅਸਲੀ ਉੱਥੇ ਵਾਰ ਚੱਲ ਰਿਹਾ ਆ। ਬਟ ਲਾਸਟ ਟਾਈਮ ਜਦੋਂ ਕ੍ਰੀਮੀਆ ਦੇ ਵਿੱਚ ਵੀ ਹੋਇਆ ਸੀਗਾ, ਉਹ ਤੋਂ ਬਾਅਦ ਵੀ ਯੂਨੀਵਰਸਿਟੀਜ਼ ਰਿਜ਼ਿਊਮ ਹੋਈਆਂ ਸੀਗੀਆਂ, ਉਹ ਤੋਂ ਬਾਅਦ ਵੀ ਐਜੂਕੇਸ਼ਨ ਹੋਈ ਸੀਗੀ, ਕਿਉਂਕਿ ਵਾਰ ਦੇਸ਼ਾਂ 'ਚ ਹੁੰਦਾ, ਐਜੂਕੇਸ਼ਨ ਇੰਸਟੀਟਿਊਟਸ ਹੁੰਦਾ ਕੋਈ ਮੈਟਰ ਨਹੀਂ ਕਰਦੇ। ਇਹ ਵੀ ਪਤਾ ਲੱਗਾ ਨਾ ਕਿ ਜਿਹੜੇ ਰਸ਼ੀਅਨ ਜਿਹੜੀ ਆ, ਜਿਹੜਾ ਰੂਸ ਆਰਮੀ ਜਿਹੜੀ ਆ, ਉਹ ਯੂਨੀਵਰਸਿਟੀਆਂ 'ਤੇ ਜ਼ਿਆਦਾ ਹੀ ਅਟੈਕ ਜਿਹੜੇ ਕਰ ਰਹੇ ਆ। ਯੂਨੀਵਰਸਿਟੀ ਕੱਲ੍ਹ ਉਹਨਾਂ ਦਾ ਬਿਆਨ ਵੀ ਆਇਆ ਸੀਗਾ, ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਉਹਨਾਂ ਦਾ, ਕਿ ਇਹਨਾਂ ਨੇ ਉਹਨਾਂ ਚੀਜ਼ਾਂ 'ਤੇ ਜ਼ਿਆਦਾ ਅਟੈਕ ਕੀਤਾ ਜਿਹੜੇ ਬੱਚੇ ਜਿਹੜੇ ਆ, ਜਿੱਥੇ ਬੱਚੇ ਪੜ੍ਹ ਰਹੇ ਆ। ਕੀ ਲੱਗਦਾ ਕਿ ਉੱਥੇ ਜਿਹੜੇ ਬੱਚੇ ਜਿਹੜੇ ਆ ਉਹਦੇ ਵਿੱਚ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਹੋਣਗੀਆਂ, ਬੱਚੇ ਜ਼ਖਮੀ ਵੀ ਹੋਏ ਹੋਣਗੇ, ਜਾਂ ਕੁਝ ਸਰਕਾਰਾਂ ਜਿਹੜੀਆਂ ਕੁਝ ਲੁਕੋ ਵੀ ਰਹੀਆਂ ਹੋਣਗੀਆਂ ਕਿ ਜਿੰਨੀ ਬੱਚੇ ਜ਼ਖਮੀ ਹੋਏ ਉਹਨੂੰ ਨਹੀਂ ਦੱਸਿਆ ਜਾ ਰਿਹਾ? ਮੇਰੇ ਹਾਲੇ ਮੈਂ ਜਿੰਨੇ ਵੀ ਦੇਖੇ ਉਹਨਾਂ ਦੇ ਵੀਡੀਓਜ਼ ਜਾਂ ਟਵਿੱਟਰ ਅਸੀਂ ਫੋਲੋ ਕਰੀਦਾ, ਲੋਕਲ ਇਨਫੋਰਮੇਸ਼ਨ ਵੀ, ਉਹਨਾਂ ਦੇ ਵਿੱਚ ਮੈਕਸੀਮਮ ਜਿੰਨੇ ਵੀ ਅਟੈਕਸ ਹੋਏ ਜਾਂ ਸਕੂਲਸ ਦੇ ਉੱਪਰ ਹੋਏ, ਜਿਹੜੇ ਕਿੰਡਰਗਾਰਟਨਸ ਹੁੰਦੇ ਜਾਂ ਨੋਰਮਲ ਸਕੂਲਸ ਹੁੰਦੇ, ਲੱਕੀਲੀ ਉਹ ਖਾਲੀ ਸੀਗੇ ਉਸ ਵੇਲੇ, ਉਦੋਂ ਉੱਥੇ ਕੁਛ ਇੰਨੀ ਹੋਏ ਨਹੀਂ। ਥੋੜ੍ਹੇ ਬੱਚੇ ਹੈ ਜਿਹੜੇ ਕੇਸਿਸ ਤੁਸੀਂ ਦੇਖਾਂਗੇ ਕਿ ਬੱਚੇ ਵੂਨਡਡ ਹੈ ਜਾਂ ਕਈ ਬੱਚਿਆਂ ਦੀ ਡੈਥ ਹੋਈ, ਬਟ ਮੈਂ ਹਾਲੇ ਤੱਕ ਇੱਦਾਂ ਨਹੀਂ ਸੁਣਿਆ ਕੋਈ ਵੀ ਕੇਸ ਕਿ ਪੂਰੀ ਯੂਨੀਵਰਸਿਟੀ ਦੇ ਉੱਪਰ ਅਟੈਕ ਹੋਇਆ। ਦੀਕਸ਼ੂ, ਇੱਦਾਂ ਹੋਇਆ ਕਿ ਉੱਥੇ ਤੁਹਾਨੂੰ ਖਾਣ ਲਈ ਜਾਂ ਕੁਛ ਮੰਗਣ ਲਈ, ਕਿਸੇ ਤੋਂ ਕੁਛ ਲੈਣ ਲਈ ਪ੍ਰੋਬਲਮ ਆਈ ਹੋਵੇ, ਕਿ ਤੁਸੀਂ ਇੰਡੀਆ ਨੇ ਭੇਦਭਾਵ ਕੀਤਾ ਜਾਂਦਾ ਹੋਵੇ? ਨਹੀਂ, ਹਾਲੇ ਤੱਕ ਤਾਂ ਨਹੀਂ ਹੋਇਆ। ਉਹੀ ਬਸ ਖਾਣ ਪੀਣ ਦੇ ਮਾਮਲੇ 'ਤੇ ਤਾਂ ਨਹੀਂ ਹੋਇਆ, ਬਟ ਹਾਲੇ ਬਸ ਉਹੀ ਭੇਦਭਾਵ ਹੋ ਰਹੇ ਕਿ ਸਾਨੂੰ ਇਵੈਕੂਏਸ਼ਨ ਦੇ ਵਿੱਚ ਦਿੱਕਤ ਆ ਰਹੀ, ਬੱਚੇ ਬਾਰਡਰ ਕ੍ਰਾਸ ਨਹੀਂ ਕਰ ਪਾ ਰਹੇ। ਜਿੱਦਾਂ ਤੁਸੀਂ ਵੀਡੀਓਜ਼ ਦੇਖ ਰਹੇ ਹੋਗੇ, ਜਿਹੜੇ ਅਫਰੀਕਨ ਸਟੂਡੈਂਟਸ ਆ ਉਹਨਾਂ ਨੂੰ ਵਿਚਾਰਿਆਂ ਨੂੰ ਟ੍ਰੇਨਸ ਵੀ ਨਹੀਂ ਚੜ੍ਹਨ ਦੇ ਰਹੇ। ਇੰਡੀਅਨਸ ਨਾਲ ਵੀ ਕਈਆਂ ਨਾਲ ਇੱਦਾਂ ਹੋਇਆ ਕਿ ਉਹਨਾਂ ਨੂੰ ਕੀਵ ਤੋਂ ਜਾਂ ਖਾਰਕਿਵ ਤੋਂ ਟ੍ਰੇਨਸ ਨਹੀਂ ਚੜ੍ਹਨ ਦੇ ਰਹੇ, ਉਹ ਯੂਕਰੇਨੀਅਨਸ ਨੂੰ ਪਹਿਲੀ ਪ੍ਰੈਫਰੈਂਸ ਦੇ ਰਹੇ। ਪਰ ਖਾਣ ਪੀਣ ਦੇ ਮਾਮਲੇ 'ਚ ਮੈਂ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਰਹੀ। ਕੀ ਮੰਗ ਕਰਦੇ ਹੋ? ਨੇੜਿਓਂ ਦੇਖਿਆ ਸਾਰਾ ਮੰਜ਼ਰ, ਨੇੜਿਓਂ ਦੇਖ ਕੇ ਆਏ ਆ, ਡਰਾਉਣਾ ਜਿਹੜਾ ਦਿਲ ਨੂੰ ਦਹਿਲਾ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਤੁਸੀਂ ਨੇੜਿਓਂ ਦੇਖੀਆਂ, ਕੀ ਕਹਿਣਾ ਚਾਹੋਗੇ ਇੰਡੀਅਨ ਗੌਰਮੈਂਟ ਨੂੰ ਕਿ ਉਹ ਬੱਚਿਆਂ ਦੀ ਕਿਸ ਤਰ੍ਹਾਂ ਹੈਲਪ ਕਰਨ? ਨੰਬਰ ਬੱਚੇ ਕਰਦੇ ਆ, ਉਠਾ ਨਹੀਂ ਰਹੇ, ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦੀ ਕਿ ਪਹਿਲਾਂ ਜਿਹੜੇ ਬੱਚੇ ਖਾਰਕਿਵ, ਸੂਮੀ, ਅਡੈਸਾ ਔਰ ਕੀਵ ਦੇ ਵਿੱਚ ਆ, ਉਹਨਾਂ ਨੂੰ ਜਲਦੀ ਵੈਸਟਰਨ ਬਾਰਡਰਸ ਪਹਿਲਾਂ ਲੈ ਕੇ ਆਓ, ਕਿਉਂਕਿ ਉਹ ਜ਼ਿਆਦਾ ਜ਼ਰੂਰੀ ਆ। ਕਿਉਂਕਿ ਜਿਹੜੇ ਅਸੀਂ ਯੂਨੀਵਰਸਿਟੀਜ਼ ਸੀਗੇ ਨਾ, ਉੱਥੇ ਜਿੰਨੇ ਵੀ ਬੱਚੇ ਹੈਗੇ ਉਸ ਵੇਲੇ, ਐਟਲੀਸਟ ਦੇ ਆਰ ਅਲਾਈਵ। ਐਟਲੀਸਟ ਉਹਨਾਂ ਨੂੰ ਇਹ ਦਿੱਕਤ ਨਹੀਂ ਆ ਰਹੀ ਕਿ ਸ਼ਾਇਦ ਪਤਾ ਨਹੀਂ ਕਦ ਬੋਂਬ ਗਿਰ ਜਾਣਾ, ਕਦ ਦਿੱਕਤ ਆ ਜਾਣੀ, ਕਦ ਇੱਥੇ ਬਿਲਡਿੰਗਸ ਖਤਮ ਹੋ ਜਾਣੀਆਂ। ਉਹਨਾਂ ਨੂੰ ਇਵੈਕੂਏਸ਼ਨ ਦੇ ਵਿੱਚ ਬੱਸਿਸ ਨਹੀਂ ਮਿਲ ਰਹੀਆਂ, ਉਹਨਾਂ ਨੂੰ ਈਸਟਰਨ ਟੂ ਵੈਸਟਰਨ ਯੂਕਰੇਨ ਆਉਣ ਲਈ ਨਾ ਟ੍ਰੇਨਸ ਮਿਲ ਰਹੀਆਂ, ਕਿਉਂਕਿ ਟ੍ਰੇਨਸ ਇੱਦਾਂ ਨਹੀਂ ਹੈ ਕਿ ਸਿਰਫ ਇੰਡੀਅਨਸ ਲਈ ਲਗਾਈਆਂ ਵਾ ਜਾਂ ਇੱਦਾਂ ਆ, ਉਹ ਸਾਰਿਆਂ ਲਈ ਆ। ਔਰ ਉਹ ਇੱਦਾਂ ਵੀ ਨਹੀਂ ਹੈ ਕਿ ਟਿਕਟਸ ਮਿਲ ਰਹੀਆਂ, ਤੁਸੀਂ ਜਿੰਨੇ ਬੈਠਣਾ, ਜਿਹੜੇ ਬੈਠ ਗਿਆ, ਜਿਹੜਾ ਰਹਿ ਗਿਆ, ਉਹ ਸੀਨ ਹੋ ਰਿਹਾ ਉੱਥੇ। ਬਸ ਬੱਸਿਸ ਪਹਿਲਾਂ ਲਗਾਓ ਕਿ ਉਹ ਬਾਰਡਰਸ ਤੱਕ ਆਉਣ, ਉਸ ਤੋਂ ਬਾਅਦ ਇਵੈਕੂਏਸ਼ਨ ਟਾਇਰਿੰਗ ਹੈ, ਸਟਰਗਲਿੰਗ ਹੈ, ਬਟ ਐਟਲੀਸਟ ਇਵੈਕੂਏਸ਼ਨ ਹੈਗਾ ਉੱਥੇ, ਉਹ ਜ਼ਰੂਰੀ ਆ। ਥੈਂਕ ਯੂ। ਥੈਂਕ ਯੂ। ਤੁਸੀਂ ਦੇਖਿਆ ਕਿ ਬੜੇ ਨੇੜੇ ਤੋਂ ਜਿਹੜੀਆਂ ਦੀਕਸ਼ੂ ਨੇ ਜਿਹੜਾ ਉਹ ਟੱਕਿਆ, MBBS ਦੀ ਸਟੱਡੀ ਕਰ ਰਿਹਾ ਸੀ, 3 ਮਹੀਨੇ ਬਾਕੀ ਰਹਿੰਦੇ ਸੀ, ਔਰ 3 ਮਹੀਨੇ ਦੇ ਬਾਅਦ ਉਹਨਾਂ ਨੂੰ ਡਿਗਰੀ ਮਿਲ ਜਾਣੀ ਸੀ, ਅਤੇ ਉਹਨਾਂ ਨੇ ਇੱਥੇ ਆ ਕੇ ਜਾਂ ਵਿਦੇਸ਼ ਦੇ ਵਿੱਚ ਜਿਹੜੀ ਆ ਲੋਕਾਂ ਦੀ ਸੇਵਾ ਕਰਨੀ ਸੀ। ਪਰ ਜੰਗਾਂ ਜਿਹੜੀਆਂ ਆ, ਜੰਗ ਜਿਹੜੀ ਆ, ਉਹਦਾ ਨੁਕਸਾਨ ਕੀ ਹੁੰਦਾ ਇਹ ਆਪਾਂ ਆਪ ਤੱਕ ਲਿਆ। ਔਰ ਜਦੋਂ ਵੋਟਿੰਗ ਨਹੀਂ ਹੋਈ ਨਾ ਰੂਸ ਦੇ ਹੱਕ 'ਚ ਨਾ ਯੂਕਰੇਨ ਦੇ ਹੱਕ ਦੇ ਵਿੱਚ, ਅਤੇ ਉਸ ਤੋਂ ਬਾਅਦ ਜਿਹੜੇ ਬੱਚਿਆਂ ਦਾ ਜਿਹੜਾ ਉਹ ਹਾਲਾਤ ਜਿਹੜੇ ਆ ਕੁਝ ਜਿਹੜੇ ਗੰਭੀਰ ਬਣ ਗਏ, ਕਿਉਂਕਿ ਗੌਰਮੈਂਟ ਜਿਹੜੀ ਆ ਉੱਧਰ ਦੇ ਜਿਹੜੇ ਨਾਗਰਿਕ ਜਿਹੜੇ ਆ ਉਹ ਥੋੜ੍ਹਾ ਜਿਹਾ ਭੇਦਭਾਵ ਕਰਨ ਲੱਗ ਗਿਆ ਕਿ ਤੁਸੀਂ ਸਾਡੇ ਹੱਕ ਦੇ ਵਿੱਚ ਵੋਟਿੰਗ ਨਹੀਂ ਕੀਤੀ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਸੱਚਾਈ ਦਿਖਾਈਏ, ਅਸੀਂ ਤੁਹਾਨੂੰ ਦਿਖਾਈਏ ਕਿ ਦਰਅਸਲ ਯੂਕਰੇਨ ਦੇ ਵਿੱਚ ਹੋ ਕੀ ਰਿਹਾ, ਬੱਚਿਆਂ ਨੂੰ ਕੀ ਪ੍ਰੋਬਲਮਸ ਆ ਰਹੀਆਂ, ਔਰ ਬੱਚੇ ਜਿਹੜੇ ਆ ਕਿਸ ਤਰ੍ਹਾਂ ਆਪਣਾ ਟਾਈਮ ਪਾਸ ਕਰ ਰਹੇ ਆ। ਸਾਡੀ ਕੋਸ਼ਿਸ਼ ਜਾਰੀ ਰਹੂਗੀ। ਹੋਰ ਨਵੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ। ਲਾਲ ਕਮਲ, ਨਵਾਂ ਸ਼ਹਿਰ, ਡੇਲੀ ਪੋਸਟ ਪੰਜਾਬੀ।